ਤੇ ਜਦ ਦੁਨੀਆ ਸਿਰਜੀ ਗਈ, ਹਜ਼ਰਤ ਆਦਮ ਜਿਹੜੇ ਖੁਦਾ ਦੇ ਨਬੀ ਨੇ, ਜਿੱਥੋਂ ਆਦਮੀ ਬਣਿਆ, ਉਹਨਾਂ ਨੂੰ ਅੱਲਾਹ ਤਾਲਾ ਨੇ ਬਣਾਇਆ ਮਿੱਟੀ ਤੋਂ। ਜਦ ਉਹਨਾਂ 'ਚ ਰੂਹ ਫੂਕੀ ਗਈ ਤੇ ਬਾਬਾ ਜਿਹੜਾ ਸੀ ਸਾਡਾ ਬਾਬਾ ਆਦਮ, ਅਸੀਂ ਉਹਨੂੰ ਕਹਿੰਦੇ ਹਾਂ, ਅਤੇ ਉਹ ਜੰਨਤ 'ਚ ਉਹਨਾਂ ਨੂੰ ਛੱਡਿਆ ਗਿਆ। ਤੇ ਜੰਨਤ 'ਚ ਰਹਿੰਦੇ ਸੀ ਤੇ ਉਦਾਸ। ਤੇ ਇੱਕ ਦਿਨ ਫਿਰ ਅੱਲਾਹ ਤਾਲਾ ਨੇ ਉਹਨਾਂ ਦੇ ਲਈ ਇੱਕ ਜੋੜਾ, ਅੰਮਾ ਹਵਾ ਉਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਇਨਸਾਨਾਂ ਦੀ ਮਾਂ ਆ, ਉਹਨਾਂ ਨੂੰ ਸਿਰਜ ਦਿੱਤਾ। ਤੇ ਉਹ ਜਦ ਸਵੇਰ ਨੂੰ ਉੱਠੇ ਤੇ ਦੇਖਿਆ ਵੀ ਉਹਨਾਂ ਦੇ ਕੋਲ ਇੱਕ ਬੜੀ ਖੂਬਸੂਰਤ ਖਾਤੂਨ ਬੜੇ ਸੋਹਣੇ ਲਿਬਾਸ ਦੇ ਵਿੱਚ ਆਰਾਮ ਕਰ ਰਹੀ। ਤੇ ਉਹਨਾਂ ਨੇ ਖੁਦਾ ਨੂੰ ਪੁੱਛਿਆ ਵੀ ਇਹ ਕੌਣ ਹੈ। ਹੁਣ ਕਿਉਂਕਿ ਉਹ ਪਹਿਲੇ ਇਨਸਾਨ ਸੀ ਦੁਨੀਆ 'ਚ, ਇਹ ਪਹਿਲੀ ਔਰਤ ਸੀਗੀ, ਤੇ ਖੁਦਾ ਨੇ ਇਹ ਨਹੀਂ ਕਿਹਾ ਵੀ ਤੇਰੀ ਭੈਣ ਹੈ ਜਾਂ ਤੁਹਾਡੀ ਮਾਂ ਆ। ਇਨਸਾਨਾਂ 'ਚ ਜਿਹੜੀ ਪਹਿਲੀ ਰਿਸ਼ਤੇਦਾਰੀ ਹੋਈ ਤੇ ਖੁਦਾ ਨੇ ਆਦਮ ਨੂੰ ਕਿਹਾ ਕਿ ਆਦਮ, ਇਹ ਤੇਰੀ ਜ਼ੌਜਾ ਹੈ, ਮਤਲਬ ਇਹ ਤੇਰੀ ਬੀਵੀ ਹੈ। ਮਤਲਬ ਇਸਲਾਮ ਇਹ ਕਹਿੰਦਾ ਹੈ ਕਿ ਇਨਸਾਨੀਅਤ ਦੀ ਹੋਂਦ ਦੇ ਵੇਲੇ ਸਭ ਤੋਂ ਪਹਿਲਾਂ ਜਿਹੜਾ ਰਿਸ਼ਤਾ ਆਪਸ ਦੇ ਵਿੱਚ ਜੋੜਿਆ ਗਿਆ, ਜਿੱਥੋਂ ਬੰਦੇ ਸ਼ੁਰੂ ਹੋਏ, ਉਹ ਭਾਈ ਭੈਣ ਦਾ ਨਹੀਂ ਹੈ, ਉਹ ਮਾਂ ਬਾਪ ਦਾ ਨਹੀਂ ਹੈ, ਉਹ ਮੀਆਂ ਔਰ ਬੀਵੀ ਦਾ ਰਿਸ਼ਤਾ ਹੈ। ਯਾਨੀ ਇਹ ਇੰਨਾ ਰਿਸਪੈਕਟਫੁਲ ਰਿਸ਼ਤਾ ਹੈ ਕਿ ਖੁਦਾ ਨੇ ਕਾਇਨਾਤ ਜਦੋਂ ਸ਼ੁਰੂ ਕੀਤੀ ਤਾਂ ਇਸ ਰਿਸ਼ਤੇ ਨੂੰ ਹੀ ਪਿਓਰਿਟੀ ਦਿੱਤੀ ਕਿ ਵੀ ਦੁਨੀਆ ਜਦੋਂ ਸ਼ੁਰੂ ਹੋਣੀ ਹੈ ਸਭ ਤੋਂ ਪਹਿਲਾਂ ਮੀਆਂ ਬੀਵੀ ਆਉਣਗੇ। ਅਸੀਂ ਇਸ ਰਿਸ਼ਤੇ ਨੂੰ ਇੰਨਾ ਮੁਤਬਾਰਕ ਸਮਝਦੇ, ਤਾਂ ਅੱਲਾਹ ਤਾਲਾ ਨੇ ਹੁਕਮ ਦਿੱਤਾ ਵੀ ਇਸ ਰਿਸ਼ਤੇ ਨੂੰ ਤੋੜਨਾ ਬੜੀ ਬੁਰੀ ਬਾਤ ਹੈ। ਉਸ ਹੱਦ ਤੱਕ ਜੋੜਦੇ ਰਹੋ ਜਦ ਤੱਕ ਤੁਸੀਂ ਪੂਰੀ ਤਾਕਤ ਨਾਲ ਲਗਾ ਦਿਓ ਕਿ ਵੀ ਟੁੱਟਣਾ ਨਹੀਂ ਚਾਹੀਦਾ। ਤੇ ਇਸ ਰਿਸ਼ਤੇ ਨੂੰ ਬੜਾ ਮੁਤਬਾਰਕ ਦਿੱਤਾ ਗਿਆ। ਅੱਛਾ, ਫਿਰ ਇਹਦੇ ਵਿੱਚ ਅੱਗੇ ਜਾ ਕੇ ਇਹ ਹੋਇਆ ਕਿ ਜਦ ਇਨਸਾਨੀਅਤ ਅੱਗੇ ਵੱਧਦੀ ਰਹੀ, ਜਦ ਮੀਆਂ ਬੀਵੀ ਦਾ ਕਈ ਵਾਰੀ ਆਪਸ 'ਚ ਬਣਦੀ ਨਹੀਂ, ਤੇ ਤੁਸੀਂ ਸੁਣਿਆ ਹੋਣਾ ਆਪਣੇ ਪੰਜਾਬ 'ਚ ਵੀ ਕਹਾਵਤ ਹੈ ਕਿ ਵੀ ਡੋਲੀ ਉੱਠ ਗਈ ਤੇ ਡੋਲਾ ਹੀ ਵਾਪਸ ਆਏਗਾ। ਤੇ ਮਤਲਬ ਵਿਆਹ ਹੋ ਗਿਆ ਤੇ ਹੁਣ ਉੱਥੋਂ ਮਾਰ ਕੇ ਹੀ ਜਾਣਾ, ਹੁਣ ਤਾਂ ਉਸੇ ਘਰ ਦੇ ਵਿੱਚ ਰਹਿਣਾ। ਇਸਲਾਮ ਨੇ, ਹਜ਼ਰਤ ਮੁਹੰਮਦ ਸਾਹਿਬ ਨੇ ਜਦ ਸਾਨੂੰ ਦੀਨ ਦਿੱਤਾ ਤੇ ਉਹਨਾਂ ਨੇ ਇਹ ਵੀ ਨਾਲ ਕਲੈਰੀਫਿਕੇਸ਼ਨ ਕਰ ਦਿੱਤੀ ਕਿ ਅਗਰ ਕੋਈ ਨਿਕਾਹ ਹੋਇਆ, ਕੋਈ ਰਿਸ਼ਤਾ ਹੋਇਆ, ਹੁਣ ਸਾਰਾ ਮਹੱਲਾ ਕਹਿੰਦਾ ਵੀ ਮੁੰਡਾ ਖਰਾਬ ਹੈ, ਨਸ਼ੇੜੀ ਹੈ, ਬਦਮਾਸ਼। ਅਸੀਂ ਕਹਿੰਦੇ ਨਹੀਂ ਜੀ, ਕੁੜੀ ਵਸਾ, ਕੁੜੀ ਵਸਾ। ਕੁਰਾਨ 'ਚ ਤਲਾਕ ਦਾ ਜ਼ਿਕਰ ਹੈ, ਵਰਨਾ ਕਿਸੇ ਮਜ਼ਹਬ ਦੀ ਕਿਤਾਬ 'ਚ ਤਲਾਕ ਦਾ ਜ਼ਿਕਰ ਨਹੀਂ। ਕੁਰਾਨ ਨੇ ਕਿਹਾ ਕਿ ਅਗਰ ਗਲਤੀ ਨਾਲ ਰਿਸ਼ਤਾ ਹੋ ਗਿਆ, ਹੁਣ ਦੋਨਾਂ 'ਚ ਬਣਦੀ ਨਹੀਂ, ਹੁਣ ਮਰਵਾ ਦਈਏ ਕੁੜੀ ਨੂੰ। ਜਿਸ ਤਰ੍ਹਾਂ ਬਹੁਤ ਸਾਰੇ ਲੋਕ, ਤੁਹਾਨੂੰ ਪਤਾ ਹੈ ਕਿ ਅੱਗ ਲਾ ਦਿੰਦੇ ਬੱਚੀਆਂ ਦੇ ਨੂੰ ਦਹੇਜ ਦੀ ਵਜ੍ਹਾ ਨਾਲ। ਅਗਰ ਤੁਸੀਂ ਉਹਨਾਂ ਮੁਕੱਦਮਿਆਂ ਨੂੰ ਦੇਖੋਗੇ ਤੇ ਉਹਨਾਂ 'ਚ ਤੁਹਾਨੂੰ ਮੁਸਲਮਾਨ 0.0% ਵੀ ਨਹੀਂ ਮਿਲਣਗੇ। ਬਹੁਤ ਸਾਰੇ ਲੋਕ ਜਿਹੜੇ ਆ ਕਤਲ ਕਰ ਦਿੰਦੇ ਆ। ਇਸਲਾਮ ਨੇ ਇਹੀ ਗੱਲ ਕਹੀ ਕਿ ਅਗਰ ਇਹ ਹੱਦ ਤੱਕ ਤਾਲੁਕਾਤ ਖਰਾਬ ਹੋ ਰਹੇ ਕਿ ਦੋਨਾਂ ਨੂੰ ਜੀਣ ਦਾ ਰਸਤਾ ਹੀ ਨਹੀਂ ਮਿਲ ਰਿਹਾ ਔਰ ਲੱਗੇ ਹੋਏ ਅਸੀਂ ਕਿ ਨਹੀਂ ਜੀ ਇੱਥੇ ਹੀ ਬਸਾਣੀ ਹੈ, ਇੱਥੇ ਹੀ ਬਸਾਣੀ ਹੈ, ਇਸਲਾਮ ਕਹਿੰਦਾ ਨਹੀਂ। ਅਗਰ ਗਲਤੀ ਦੇ ਨਾਲ ਰਿਸ਼ਤਾ ਹੋ ਗਿਆ ਔਰ ਦੋਨਾਂ ਦੇ ਤਾਲੁਕਾਤ ਨਹੀਂ ਬਣ ਰਹੇ, ਫਿਰ ਤਲਾਕ ਵੀ ਰਹਿਮਤ ਹੈ ਇੱਕ ਤਰ੍ਹਾਂ ਦੀ, ਇੱਕ ਤਰ੍ਹਾਂ ਦੀ ਤੁਹਾਡੇ ਲਈ ਰਿਲੀਫ ਹੈ। ਇਸਲਾਮ ਕਹਿੰਦਾ ਕਰੋ ਖਤਮ, ਇਹਨੂੰ ਰਿਸ਼ਤੇ ਨੂੰ ਬੁਲਾ ਕੇ ਖ਼ਤਮ ਕਰੋ ਨਵੇਂ ਸਿਰੇ ਤੋਂ। ਲੜਕੀ ਕਿੱਥੇ ਜਾਂਦੀ ਹੈ, ਲੜਕਾ ਕਿੱਥੇ ਜਾਂਦਾ। ਬਹੁਤ ਸਾਰੀ ਜਗ੍ਹਾ ਜ਼ਰੂਰੀ ਨਹੀਂ ਕਿ ਲੜਕੀ ਗਲਤ ਹੋਵੇ, ਬਾਜ਼ ਜਗ੍ਹਾ ਲੜਕੇ ਫਸ ਜਾਂਦੇ। ਤੇ ਇਸਲਾਮ ਕਹਿੰਦਾ ਨਹੀਂ, ਕੋਈ ਗੱਲ ਨਹੀਂ, ਅਗਰ ਬਹੁਤ ਜ਼ਿਆਦਾ ਹਾਲਤ ਖ਼ਰਾਬ ਹੈ ਔਰ ਨਹੀਂ ਲੱਗਦਾ ਕਿ ਦੋਨੋਂ ਸਰਵਾਈਵ ਕਰਨਗੇ, ਅੱਗੇ ਨਿਕਲ ਸਕਦੇ, ਤਾਂ ਕੋਈ ਗੱਲ ਨਹੀਂ, ਇਹਨਾਂ ਨੂੰ ਅਲੱਗਾ ਕਰੋ। ਉਸ ਅਲੱਗਾ ਕਰਨ ਦੇ ਵਿੱਚ ਸ਼ਰੀਅਤ ਨੇ ਕਿਹਾ ਕਿ ਤਲਾਕਾਂ ਜਿਹੜੀਆਂ ਦੇਣੀਆਂ ਉਹ 3 ਤਲਾਕਾਂ ਦੇਣੀਆਂ। ਹੁਣ ਪਾਰਲੀਮੈਂਟ 'ਚ ਕੀ ਪੰਗਾ ਪਿਆ ਉਹ ਵੀ ਸੁਣੋ। ਉਹ ਪੰਗਾ ਇਹ ਸੀਗਾ ਕਿ ਇਸਲਾਮ ਨੇ ਕਿਹਾ ਵੀ ਇੱਕੋ ਸੈਸ਼ਨ ਦੇ ਵਿੱਚ 3 ਤਲਾਕਾਂ ਜਿਹੜੀਆਂ ਨਹੀਂ ਦੇਣੀਆਂ। ਮਤਲਬ ਮੈਂ ਤੁਸੀਂ ਆਪਾਂ ਬੈਠੇ ਹਾਂ, ਮੀਆਂ ਬੀਬੀ ਪੰਚਾਇਤ ਬੈਠੀ ਹੈ, ਤੁਸੀਂ ਕਹਿੰਦਾ ਤਲਾਕ 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 ਹੋ ਗਈ। ਹੁਣ ਮੌਲਵੀ ਕਹਿੰਦੇ ਵੀ ਜਨਾਨੀ ਤਾਂ ਤੇਰੇ ਤੋਂ ਅਲੱਗ ਹੋ ਗਈ, ਹੁਣ ਨਹੀਂ ਮਿਲਣੀ ਵਾਪਸ। ਤੇ ਉਹਦੇ ਲਈ ਫਿਰ ਬਾਅਦ 'ਚੋਂ ਮੀਆਂ ਬੀਵੀ ਚਾਹੁੰਦੇ ਵੀ ਸੀ ਮਿਲਣਾ ਤੇ ਨਹੀਂ ਮਿਲ ਸਕਦੇ। ਤੇ ਪਾਰਲੀਮੈਂਟ ਨੇ ਵੀ ਇਹੀ ਕਿਹਾ। ਇਸਲਾਮ ਨੇ ਪਹਿਲਾਂ ਤੋਂ ਕਿਹਾ ਵੀ 3 ਤਲਾਕ ਦਾ ਮਤਲਬ 3 ਸੈਸ਼ਨ ਹੋਣੇ ਚਾਹੀਦੇ। ਪਹਿਲੀ ਵਾਰੀ ਨਾਰਾਜ਼ਗੀ ਹੋ ਗਈ, ਬੁਲਾਓ, ਨਹੀਂ ਗੱਲ ਬਣਦੀ ਪਈ, ਉਹ ਕਿ 1 ਤਲਾਕ ਦੇ ਦੇਵੇ। 2-4 ਮਹੀਨੇ ਲੰਘ ਗਏ, ਫਿਰ ਬੁਲਾਓ, ਜੇ ਸੁਲ੍ਹਾ ਨਹੀਂ ਹੁੰਦੀ ਦੂਜੀ ਤਲਾਕ ਦੇ ਦੇਵੇ। 2-4 ਮਹੀਨੇ ਹੋਰ ਲੰਘ ਗਏ, ਉਹਨਾਂ ਕੋਲ ਲਾਸਟ ਵਾਰਨਿੰਗ ਹੈ। ਅੱਛਾ, ਤਲਾਕ ਤੋਂ ਬਾਅਦ ਦੁਬਾਰਾ ਰਿਸ਼ਤਾ ਇਸ ਲਈ ਨਾ ਜੋੜਨ ਦੀ ਗੱਲ ਕੀਤੀ ਗਈ। ਉਹ ਇਹ ਕਿਹਾ ਵੀ ਇਹ ਐਡਾ ਹਲਕਾ ਰਿਸ਼ਤਾ ਥੋੜ੍ਹੀ ਸੀ ਵੀ ਤੂੰ ਮੂੰਹੋਂ 3 ਵਾਰੀ ਕਹਿ ਤਾ ਤੇ ਛੱਡੀ ਗਈ। ਹੁਣ ਕਿਉਂ ਕਿਹਾ? ਐਸੇ ਖਤਰਨਾਕ ਨਾਪਾਕ ਲਫ਼ਜ਼ ਕਿਉਂ ਇਸਤੇਮਾਲ ਕੀਤੇ ਆਪਣੀ ਜ਼ੁਬਾਨ ਤੋਂ? ਤੇ ਹੁਣ ਤੂੰ ਕਹਿੰਦਾ ਵੀ ਤੇਰੀ ਮਰਜ਼ੀ ਹੈ, ਜਿੱਦਾਂ ਮਰਜ਼ੀ ਛੱਡ ਦੇਵਾਂ ਤੇ ਜਦੋਂ ਮਰਜ਼ੀ ਲਿਆਵਾਂ, ਫਿਰ ਤਾਂ ਇਹ ਤਮਾਸ਼ਾ ਹੋ ਗਿਆ ਦੂਸਰੇ ਦੀ ਬੇਟੀ ਦਾ ਨਾ। ਇਸਲਾਮ ਕਹਿੰਦਾ ਕਿ ਇਹਨੂੰ ਤਮਾਸ਼ਾ ਨਹੀਂ ਬਣਨ ਦਿੱਤਾ ਜਾਏਗਾ। ਪਾਰਲੀਮੈਂਟ ਵੀ ਉਹੀ ਕਾਨੂੰਨ ਲੈ ਕੇ ਆਈ। ਮੈਂ ਉਦੋਂ ਵੀ ਇਹ ਗੱਲ ਕਹੀ ਸੀ, ਪ੍ਰੈਸ 'ਚ ਸਪਸ਼ਟ ਕੀਤੀ ਸੀ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਪਏ ਕਿ ਉਹ ਬੜੀ ਬਾਤ ਹੋ ਗਈ। ਇਹ ਬਾਤ ਇਸਲਾਮ ਨੇ 1400 ਸਾਲ ਪਹਿਲਾਂ ਕਹੀ। ਹਾਂ, ਜਿਹੜਾ ਗਲਤ ਰਿਵਾਜ ਤੁਰ ਪਿਆ ਸੀ ਕਿ ਇੱਕੋ ਸੈਸ਼ਨ 'ਚ 3 ਤਲਾਕਾਂ ਦੇਣ ਲੱਗ ਪਏ ਸੀ, ਪਾਰਲੀਮੈਂਟ ਨੇ ਉਹਦੇ 'ਤੇ ਪਾਬੰਦੀ ਲਾਈ। ਇਸਲਾਮ ਵੀ ਪਹਿਲਾਂ ਤੋਂ ਇਸ ਹੱਕ ਦੇ ਵਿੱਚ ਹੈ ਕਿ ਇੱਕੋ ਸੈਸ਼ਨ ਦੇ ਵਿੱਚ 3 ਤਲਾਕਾਂ
ਨਾ ਦਿੱਤੀਆਂ ਜਾਣ। ਇਸ ਲਈ ਇਸ ਗੱਲ ਨੂੰ ਵੀ ਜ਼ਿਹਨ ਨਸ਼ੀਨ ਕਰ ਲੈਣਾ ਚਾਹੀਦਾ। ਦੂਸਰੀ ਗੱਲ ਹੁਣ ਤੁਹਾਡੇ ਵਾਲੀ ਕਿ ਇਸਲਾਮ ਕਹਿੰਦਾ ਵੀ ਇੱਕ ਤੋਂ ਜ਼ਿਆਦਾ ਸ਼ਾਦੀਆਂ ਤੁਸੀਂ ਕਰ ਸਕਦੇ ਹੋ। ਉਹ ਸਾਰਿਆਂ ਨੂੰ ਨਹੀਂ ਕਹਿੰਦਾ। ਤੁਹਾਨੂੰ ਅੱਜ ਤੱਕ ਕੋਈ ਮੁਸਲਮਾਨ ਮਿਲਿਆ ਜਿਹਦੀਆਂ 2 ਬੀਵੀਆਂ ਵੀ ਹੋਣ, ਜਾਂ ਪੰਜਾਬ 'ਚ ਲਿਆਓ ਕੱਢ ਕੇ ਕਿਹਾ ਜਾਂਦਾ ਵੀ ਕਿਹਾ ਜਾਂਦਾ ਹੈ। ਉਹ ਕਿਉਂ ਕਿਹਾ ਜਾਂਦਾ? ਸੁਣੋ, ਇਸਲਾਮ ਨੇ ਜ਼ਿਆਦਾ ਸ਼ਾਦੀਆਂ ਦਾ ਹੁਕਮ 4 ਤੱਕ ਦਾ ਉਹਨਾਂ ਲੋਕਾਂ ਨੂੰ ਦਿੱਤਾ, ਸਾਰਿਆਂ ਨੂੰ ਨਹੀਂ ਕਿਹਾ ਵੀ ਤੁਸੀਂ ਕਰੀ ਜਾਓ, ਭੱਜੀ ਜਾਓ, ਸ਼ਾਦੀਆਂ ਕਰ ਲਓ। ਉਹਦੇ 'ਚ ਕਈ ਪਹਿਲੂ ਦਰ ਪਹਿਲੂ ਗੱਲਾਂ ਹੈ। ਪਹਿਲਾਂ ਤਾਂ ਤੁਸੀਂ ਸਮਰਥ ਹੋਵੋ ਵਪਾਰਿਕ ਤੌਰ 'ਤੇ, ਜਿਸਮਾਨੀ ਤੌਰ 'ਤੇ। ਹੁਣ ਬਹੁਤ ਸਾਰੇ ਤੁਸੀਂ ਵਪਾਰੀ ਦੇਖੇ ਹੋਣੇ, ਮੈਂ ਨਾਂ ਕਿਸੇ ਦਾ ਨਹੀਂ ਲਵਾਂਗਾ, ਇੱਦਾਂ ਦੇ ਕਈ 100 ਨੂੰ ਤਾਂ ਮੈਂ ਹੀ ਜਾਣਦਾ, ਜਿਹੜੇ ਕਰੋੜਪਤੀ ਨੇ, ਅਰਬਪਤੀ ਨੇ, ਅਤੇ ਘਰ ਜਨਾਨੀ ਵੀ ਰੱਖੀ ਹੋਈ ਹੈ ਅਤੇ ਬਾਹਰ ਵੀ 2 ਰੱਖੀਆਂ ਹੋਈਆਂ। ਇਸਲਾਮ ਕਹਿੰਦਾ ਜਿਹੜੀਆਂ ਬਾਹਰ ਰੱਖੀਆਂ ਹੋਈਆਂ ਇਹਨਾਂ ਦੀ ਜਿਹੜੀ ਔਲਾਦ ਹੋ ਰਹੀ ਹੈ ਜਾਂ ਇਹਨਾਂ ਦਾ ਤੇਰਾ ਜਿਹੜਾ ਰਿਸ਼ਤਾ ਹੈ, ਉਹ ਦੁਨੀਆ ਦੀ ਨਿਗਾਹ 'ਚ ਕੀ ਹੈ? ਉਹ ਸਿਰਫ ਬਦਮਾਸ਼ੀ ਕਰਨ ਲਈ ਹੈ, ਸਿਰਫ ਅਯਾਸ਼ੀ ਕਰਨ ਲਈ ਹੈ। ਉਹ ਵੀ ਤਾਂ ਕਿਸੇ ਦੀ ਬੇਟੀ ਹੈ, ਕਿਸੇ ਦੀ ਭੈਣ ਹੈ। ਜੇ ਤੂੰ ਐਡਾ ਹੀ ਵੱਡਾ ਮਰਦ ਬਣਦਾ ਹੈ ਤਾਂ ਫਿਰ ਉਹਨੂੰ ਆਪਣਾ ਨਾਮ ਦਿਓ। ਇਹ ਉਹਦੀ ਅਸਲ ਵਜ੍ਹਾ ਹੈ ਵੀ ਅਗਰ ਤੁਸੀਂ ਬੜੇ ਮਰਦ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫਿਰ ਉਹਨੂੰ ਵੀ ਆਪਣਾ ਨਾਮ ਦਿਓ ਕਿ ਵੀ ਹਾਂ, ਇਹ ਵੀ ਮੇਰੀ ਬੀਵੀ ਹੈ, ਇਹਦੀ ਔਲਾਦ ਦਾ ਬਾਪ ਵੀ ਮੈਂ ਹੀ ਹੈ, ਇਹ ਵੀ ਮੇਰੇ ਜਾਇਦਾਦ ਦੇ ਵਿੱਚ ਹਿੱਸੇਦਾਰ ਬਣੇਗੀ। ਦੂਸਰਾ, ਫਿਰ ਇਸਲਾਮ ਨੇ ਕਿਹਾ ਵੀ ਅਗਰ ਤੁਸੀਂ ਸਮਰਥ ਵੀ ਹੋ, ਤੁਹਾਡੇ ਸਿਸਟਮ 'ਚ ਨੇੜੇ ਤੇੜੇ ਕੋਈ ਐਸੀ ਔਰਤ ਬੇਵਾ ਹੋ ਗਈ ਜਿਹੜੀ ਬਿਲਕੁਲ ਜਵਾਨੀ 'ਚ ਉਹਨੂੰ ਉਹਦੇ ਨਾਲ ਕੋਈ ਸ਼ਾਦੀ ਨਹੀਂ ਕਰ ਰਿਹਾ, ਉਹਦਾ ਸਹਾਰਾ ਬਣਨ ਦੇ ਲਈ ਅਗਰ ਤੁਸੀਂ ਸਮਾਜਿਕ ਤੌਰ 'ਤੇ ਉਹਦਾ ਸਾਥ ਦੇਣਾ ਚਾਹੁੰਦੇ ਹੋ। ਹੁਣ ਇਹ ਤਾਂ ਨਹੀਂ ਕਿ ਤੁਸੀਂ ਕਿਸੇ ਦੀ ਬੇਵਾ ਨੂੰ ਕਹੋ ਜੀ ਮੈਂ ਤੈਨੂੰ ਰੱਖ ਲੈਣਾ ਆਪਣੇ ਨਾਲ, ਲੋਕੀ ਕਹਿਣਗੇ ਵੀ ਨਜਾਇਜ਼ ਤੌਰ 'ਤੇ ਰੱਖੀ ਹੋਈ। ਫਿਰ ਇਸਲਾਮ ਕਹਿੰਦਾ ਵੀ ਤੁਸੀਂ ਇਹਨੂੰ ਆਪਣਾ ਨਾਮ ਦੇ ਸਕਦੇ ਹੋ। ਅਤੇ ਇਹ ਦੁਨੀਆ ਨੂੰ ਅਯਾਸ਼ੀ, ਬਦਮਾਸ਼ੀ ਔਰ ਜ਼ਿਨਾ ਜੈਸੀ ਗੰਦੀ ਆਦਤਾਂ ਤੋਂ ਬਚਾਉਣ ਦੇ ਲਈ ਸਮਰਥ ਲੋਕਾਂ ਦੇ ਲਈ ਇਹ ਹੁਕਮ ਦਿੱਤਾ ਗਿਆ ਹੈ ਕਿ ਵਰਨਾ ਤੁਸੀਂ ਆਮ ਦੇਖੋ ਤਕਰੀਬਨ 100% ਮੁਸਲਮਾਨਾਂ ਦੀ ਇੱਕੋ ਹੀ ਬੀਵੀ ਹੁੰਦੀ ਹੈ। ਕੋਈ ਕਿਤੇ ਐਸਾ ਕੇਸ ਹੋਏਗਾ, ਔਰ ਅਗਰ ਹੋਏਗਾ, ਅਗਰ 2 ਬੀਵੀਆਂ ਹੈ ਤਾਂ ਮੈਂ ਸਮਝਦਾ ਅਗਰ ਉਹ ਸਮਰਥ ਹੈ ਔਰ ਦੋਨਾਂ ਨੂੰ ਉਹਦਾ ਹੱਕ ਦੇ ਰਿਹਾ ਤਾਂ ਅੱਛੀ ਗੱਲ ਹੈ। ਲੇਕਿਨ ਉਹ ਉਹਨਾਂ ਲੋਕਾਂ ਤੋਂ ਬਹੁਤ ਚੰਗਾ ਹੈ ਕਿ ਜਿਨ੍ਹਾਂ ਨੇ ਬਾਹਰ 2 ਰੱਖੀਆਂ ਹੋਈਆਂ, ਉਹਨਾਂ ਦੇ ਨਾਲ ਅਯਾਸ਼ੀ ਕਰ ਰਹੇ ਹੈ, ਟਾਈਮ ਸਪੈਂਡ ਕਰ ਰਹੇ ਹੈ, ਫਿਰ ਪੰਗੇ ਪੈਂਦੇ ਪਏ ਹੈ, ਫਿਰ ਉਹ ਕੋਈ DNA ਟੈਸਟ ਕਰਾ ਰਹੀ ਹੈ ਜੀ ਮੁੰਡਾ ਇਹਦਾ ਸੀ ਜੀ ਇਹਦਾ ਸੀ, ਫਿਰ ਆਪਣੀ ਬੇਇੱਜ਼ਤੀ ਵੀ ਕਰਾ ਰਹੇ ਹੈ ਸਮਾਜ ਦੇ ਵਿੱਚ। ਅਤੇ ਉਹਨਾਂ ਤੋਂ ਅੱਛਾ ਹੈ ਕਿ ਇਸਲਾਮ ਦਾ ਇਹ ਜਿਹੜਾ ਰੂਲ ਹੈ ਉਹ ਸਿਰਫ ਇਸ ਲਈ ਹੈ ਕਿ ਤੁਸੀਂ ਕੋਈ ਗਲਤ ਕੰਮ ਨਾ ਕਰੋ। ਅਗਰ ਕੁਛ ਤੁਹਾਡਾ ਜਿਸਮ ਇਜਾਜ਼ਤ ਦਿੰਦਾ ਹੈ, ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ, ਅਤੇ ਦੂਸਰੇ ਦੀ ਜਿਸ ਦੀ ਬੇਟੀ ਨਾਲ, ਭੈਣ ਦੇ ਨਾਲ ਤੁਸੀਂ ਤਾਲੁਕ ਰੱਖਣਾ ਵੀ ਚਾਹੁੰਦੇ ਹੋ ਅਤੇ ਜਾਇਜ਼ ਤਰੀਕੇ ਦੇ ਨਾਲ ਉਹਨੂੰ ਬੀਵੀ ਬਣਾ ਕੇ ਉਹਦਾ ਹੱਕ ਜਿਹੜਾ ਉਹ ਦੇਣਾ ਚਾਹੀਦਾ। ਜਿਵੇਂ ਸਰ ਇੱਥੇ ਲੱਗਦਾ ਨਹੀਂ ਗਲਤ ਹੈ ਵੀ ਜਿਸ ਤਰੀਕੇ ਦੇ ਨਾਲ ਔਰਤ ਹੈ, ਕੋਈ ਆਪਣਾ ਮਰਦ ਹੈ ਜਿਹੜਾ ਉਹਨੂੰ ਵੰਡਦੀ ਨਹੀਂ ਹੈਗੀ, ਅਤੇ ਘਰ ਦੇ ਵਿੱਚ 2 ਬੀਵੀਆਂ ਹੋਣ, ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਕਿਸੇ ਨੂੰ ਵਿਆਹ ਨਹੀਂ ਹੋ ਰਿਹਾ ਤਾਂ ਉਸ ਨੂੰ ਅਗਰ ਛੱਤ ਦੇ ਸਕਦੇ ਹੋ, ਸਹਾਰਾ ਦੇ ਸਕਦੇ ਹੋ, ਹੈ ਨਾ, ਤਾਂ ਉਹ ਲੱਗਦਾ ਨਹੀਂ ਕਿ ਵੀ ਉੱਥੇ ਗਲਤ ਹੋ ਜਾਂਦਾ। ਤਾਂ ਇਸੇ ਕਰਕੇ ਆਵਾਜ਼ ਚੱਕੀ ਜਾ ਰਹੀ ਹੈ ਕਈ ਲੇਡੀਜ਼ ਦੇ ਵੱਲੋਂ ਵੀ ਜਿਵੇਂ ਪਿੱਛੇ ਜੇ ਕੇਸ ਬਣੇ ਸੀਗੇ ਵੀ 3 ਤਲਾਕ ਨਹੀਂ ਹੋਣੇ ਚਾਹੀਦੇ। ਨਹੀਂ, 3 ਤਲਾਕ ਦੇ ਉੱਤੇ ਤਾਂ ਮੈਂ ਤੁਹਾਨੂੰ ਵਜ੍ਹਾ ਪੂਰੀ ਦੱਸ ਦਿੱਤੀ ਨਾ ਉਹਦੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸਲਾਮ ਦੇ ਵਿੱਚ ਔਰ ਦੁਨੀਆ 'ਚ ਵੀ, ਇਹ ਤਾਂ ਸੋਸ਼ਲ ਮੀਡੀਆ ਕਹਿੰਦਾ ਵੀ ਔਰਤ ਦਾ ਸ਼ੋਸ਼ਣ ਬਹੁਤ ਹੋ ਰਿਹਾ। ਔਰਤ ਰਿਸਪੈਕਟਫੁਲ ਬਹੁਤ ਹੈ, ਉਹਦੀ ਡਿਗਨਿਟੀ ਬਹੁਤ ਹੈ। ਔਰਤ ਤੋਂ ਕਿਉਂਕਿ ਨਸਲ ਚੱਲਣੀ ਹੈ ਅਤੇ ਇਸ ਲਈ ਉਹ ਇੱਕ ਤੋਂ ਜ਼ਿਆਦਾ ਮਰਦਾਂ ਦੇ ਨਾਲ ਤਾਲੁਕਾਤ ਕਦੀ ਜ਼ਿੰਦਗੀ ਦੇ ਵਿੱਚ ਕਾਇਮ ਨਹੀਂ ਕਰਦੀ, ਕਿਉਂਕਿ ਉਹਨੇ ਨਸਲ ਚਲਾਉਣੀ। ਅਤੇ ਮਰਦ ਜਿਹੜਾ ਹੈ ਕਿਉਂਕਿ ਸਰਬਰਾਹ ਹੈ, ਉਹ ਅਲੱਗ-ਅਲੱਗ ਔਲਾਦ ਦਾ ਬਾਪ ਬਣ ਸਕਦਾ ਹੈ, ਕੀ ਸਮਝੋ, ਔਰ ਉਹਨਾਂ ਨੂੰ ਵੀ ਉਹ ਦਰਜਾ ਦੇ ਸਕਦਾ ਹੈ, ਅਤੇ ਇਸ ਲਈ ਉਹਨੂੰ ਕਿਤੇ ਨਾ ਕਿਤੇ ਰਿਆਇਤ ਜਿਹੜੀ ਹੈ ਉਹ ਹਾਸਿਲ ਹੋਈ ਹੈ। ਲੱਗਦਾ ਕਿ ਮੁਸਲਿਮ ਕਮਿਊਨਿਟੀ ਨੂੰ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਕਿਸੇ ਕੰਟਰੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਦਾਂ ਹੈ ਕਿ ਇਸਲਾਮ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਸਾਨੂੰ ਅਤਾ ਕੀਤਾ, ਅਤੇ ਉਹ ਤੋਂ ਸਭ ਤੋਂ ਪਹਿਲੀ ਕੋਸ਼ਿਸ਼ ਮੱਕੇ ਦੇ ਵਿੱਚ ਜਿਹੜੀ ਹੈ ਲਗਾਤਾਰ 20 ਸਾਲ ਜਾਰੀ ਰਹੀ ਕਿ ਕਿਸੇ ਤਰ੍ਹਾਂ ਉਹਨਾਂ ਦੇ ਪੈਰੋਕਾਰਾਂ ਨੂੰ ਰੋਕਿਆ ਜਾਵੇ। ਔਰ ਉਸ ਵੇਲੇ ਹਾਲਤ ਇਹ ਸੀ ਕਿ ਉਸ ਵੇਲੇ ਦੀ ਜਿਹੜੀ UNO ਹੈ, ਜਿਹਨੂੰ ਅਸੀਂ ਕੈਸਰੋ ਕਿਸਰਾ ਕਹਿੰਦੇ ਹਾਂ, ਅਤੇ ਉਹਨਾਂ ਨੇ ਤਕਰੀਬਨ 150 ਸਾਲ ਮੁਸਲਮਾਨਾਂ ਦੇ ਖਿਲਾਫ ਇੱਕ ਲੰਬਾ ਜੰਗੀ ਮਹਾਜ਼ ਜਿਹੜਾ ਉਹ ਖੋਲ੍ਹ ਕੇ ਰੱਖਿਆ। ਲੇਕਿਨ ਇਸਲਾਮ ਜਿਹੜਾ ਹੈ ਕਿਉਂਕਿ ਆਪਣੇ ਬੁਨਿਆਦੀ ਜਿਹੜੇ 2 ਅਸੂਲ ਹੈ ਸਾਡੇ, ਉਹਦੇ 'ਤੇ ਦ੍ਰਿੜਤਾ ਦੇ ਨਾਲ ਹੈ, ਅਤੇ ਇਸ ਲਈ ਇਸਲਾਮ ਦੁਨੀਆ 'ਚ ਜਿੱਥੇ ਵੀ ਪਹੁੰਚਿਆ ਅਤੇ ਉਹਨੇ ਆਪਸੀ ਭਾਈਚਾਰਕ ਜਿਹੜੀ ਹੈ ਸਾਂਝ ਉਹਨੂੰ ਸਥਾਪਿਤ ਕਰ ਲਿਆ। ਉਹ 2 ਅਸੂਲ ਸਿਰਫ ਇਹੀ ਸੀ ਕਿ ਖੁਦਾ ਔਰ ਉਸਦੇ ਰਸੂਲ ਨੂੰ ਮੰਨਣਾ, ਅਤੇ ਜਿਹੜਾ ਬੰਦਾ ਖੁਦਾ ਅਤੇ ਰਸੂਲ ਨੂੰ ਮੰਨੇਗਾ ਉਹ ਛੂਆ-ਛੂਤ ਨਹੀਂ ਕਰੇਗਾ, ਉਹ ਇਨਸਾਨਾਂ 'ਚ ਬਰਾਬਰੀ ਲੈ ਕੇ ਆਏਗਾ। ਕਿਉਂਕਿ ਇਹ ਤਾਂ ਬਹੁਤ ਸਾਰੇ ਲੋਕ ਹੈ ਜਿਹੜੇ ਇਬਾਦਤ ਕਰਨ ਦਾ ਤਰੀਕਾ ਦੱਸਦੇ, ਲੇਕਿਨ ਦੀਨ ਨੇ ਸਾਡੇ ਇਹ ਕਿਹਾ ਕਿ ਮਿਸਾਲ ਦੇ ਤੌਰ 'ਤੇ ਅਸੀਂ ਮਸਜਿਦ 'ਚ ਹੁਣੀ ਨਮਾਜ਼ ਪੜ੍ਹੀ ਹੈ, ਅਤੇ ਅਗਰ ਮੈਂ ਹੀ ਲੇਟ ਜਾਵਾਂ ਅਤੇ ਨਮਾਜ਼ ਸ਼ੁਰੂ ਹੋ ਗਈ ਤਾਂ ਮੈਨੂੰ ਪਿੱਛੇ ਨਮਾਜ਼ ਪੜ੍ਹਨੀ ਹੈ। ਜੇ ਜੁਮੇ ਦੀ ਨਮਾਜ਼ ਹੋ ਰਹੀ ਹੈ, ਮੈਂ ਹੋਰ ਲੇਟ ਆਵਾਂ ਅਤੇ ਹੋਰ ਪਿੱਛੇ।
ਕੋਈ ਮੁਸਲਮਾਨ ਵਜ਼ੀਰ ਹੈ, ਕੋਈ ਅਫਸਰ ਹੈ ਵੱਡਾ, ਅਤੇ ਨਮਾਜ਼ ਸ਼ੁਰੂ ਹੋ ਗਈ ਸ਼ੁੱਕਰਵਾਰ ਨੂੰ, ਉਹ ਬਹੁਤ ਲੇਟ ਆਊਗਾ, ਉਹਨੂੰ ਵੀ ਕੋਈ ਅੱਗੇ ਨਹੀਂ ਲਿਜਾ ਸਕਦਾ, ਚਾਹੇ ਉਹ ਮੱਕੇ ਦੀ ਮਸਜਿਦ ਕਿਉਂ ਨਾ ਹੋਵੇ। ਫਿਰ ਜਿੱਥੇ ਅਸੀਂ ਜੁੱਤੀਆਂ ਲਾਉਂਦੇ, ਉਹਨੇ ਉੱਥੇ ਕੱਪੜਾ ਵਿਛਾ ਕੇ ਨਮਾਜ਼ ਪੜ੍ਹਨੀ। ਅਤੇ ਇਸਲਾਮ ਦ੍ਰਿੜਤਾ ਦੇ ਨਾਲ ਇਸ ਗੱਲ ਦੇ ਉੱਤੇ ਕਾਇਮ ਹੈ ਕਿ ਇਨਸਾਨਾਂ 'ਚ ਉਹਨਾਂ ਦੇ ਰੰਗ ਦੀ ਵਜ੍ਹਾ ਨਾਲ ਜਾਂ ਦੌਲਤ ਦੀ ਵਜ੍ਹਾ ਨਾਲ ਕਿਸੇ ਬੰਦੇ ਨੂੰ ਕਿਸੇ ਦੇ ਉੱਤੇ ਕੋਈ ਅਹਿਮੀਅਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਸੋਸ਼ਲ ਮੀਡੀਆ ਤੇ ਬੜੀ ਗੱਲ ਚੱਲਦੀ ਹੈ ਕਿ ਜਿਹੜੇ ਮੁਸਲਿਮ ਭਾਈਚਾਰਾ ਉਹਨੂੰ ਦਬਾਇਆ ਜਾਂਦਾ ਹੈ ਵੀ ਕਿਤੇ ਜਿੰਦਾ ਨਾ ਹੋ ਜਾਣ, ਵੀ ਜਿੰਦਾ ਹੋ ਗਏ, ਪਾਵਰ 'ਚ ਆ ਗਏ ਤਾਂ ਕਿਆਮਤ ਹੋਵੇਗੀ। ਨਹੀਂ, ਕਿਆਮਤ ਤਾਂ ਦੇਖੋ ਸਮੇਂ ਸਿਰ ਆਣੀ ਆਣੀ, ਉਹ ਭਾਵੇਂ ਮੁਸਲਮਾਨਾਂ ਨੂੰ ਦਬਾਓ ਜਾਂ ਨਾ ਦਬਾਓ, ਕੀ ਸਮਝੋ। ਅਤੇ ਇਸ ਲਈ ਇਹ ਤਾਂ ਕੋਈ ਐਸੀ ਗੱਲ ਨਹੀਂ ਹੈ। ਕਿਆਮਤ ਤਾਂ ਆਪਣੇ ਤੈਅ ਸਮੇਂ ਦੇ ਮੁਤਾਬਕ, ਜਦ ਦੁਨੀਆ 'ਚ ਬੁਰਾਈਆਂ ਤੇਜ਼ੀ ਨਾਲ ਵੱਧਦੀਆਂ ਜਾਣਗੀਆਂ ਅਤੇ ਸਮਾਂ ਹੈ ਇੱਕ ਜਦੋਂ ਦੁਨੀਆ ਜਿਹੜੀ ਹੈ ਉਹ ਖ਼ਤਮ ਹੋਣੀ ਹੈ। ਅਤੇ ਉਹਦੇ 'ਚ ਮੈਂ ਸਮਝਦਾ ਹਾਂ ਕਿ ਇਸ ਸਵਾਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕਿ ਕਾਬਾ ਦੇ ਵਿੱਚ ਸਿਰਫ ਕੈਦ ਨੇ? ਹਾਂ, ਇਹ ਮੈਂ ਵਾਇਲੀ ਮੈਮੋਰੀਅਲ ਹਾਈ ਸਕੂਲ 'ਚ ਪੜ੍ਹਿਆ। ਮੈਂ ਲੁਧਿਆਣਾ ਦੇ ਵਾਇਲੀ ਮੈਮੋਰੀਅਲ ਹਾਈ ਸਕੂਲ ਬਰਾਊਨ ਰੋਡ 'ਤੇ ਪੜ੍ਹਿਆ। ਅਤੇ ਜਦੋਂ ਅਸੀਂ 8ਵੀਂ 9ਵੀਂ 10ਵੀਂ 'ਚ ਸੀ ਅਤੇ ਮੈਂ ਇਕੱਲਾ ਹੀ ਮੁਸਲਮਾਨ ਸੀ ਪੂਰੀ ਕਲਾਸ ਦੇ ਵਿੱਚ। ਮੇਰੇ ਸਾਰੇ ਤਕਰੀਬਨ ਕੁਲੀਗ ਜਿਹੜੇ ਨੇ ਉਹ ਜਾਂ ਤਾਂ ਸਿੱਖ ਮੁੰਡੇ ਨੇ ਜਾਂ ਹਿੰਦੂ ਲੜਕੇ ਨੇ, 2-3 ਈਸਾਈ ਸੀਗੇ ਜਿੱਥੇ ਤੱਕ ਮੈਨੂੰ ਯਾਦ ਹੈ। ਅਤੇ ਸਾਡੀ ਆਪਸ 'ਚ ਪਿਆਰ ਮੁਹੱਬਤ ਹਮੇਸ਼ਾ ਕਾਇਮ ਰਹੀ। ਮੈਨੂੰ ਉਦੋਂ ਮੇਰੇ ਕਈ ਵਾਰੀ ਦੋਸਤਾਂ ਨੇ ਪੁੱਛਣਾ ਕਿ ਯਾਰ ਉੱਥੇ ਮੱਕੇ ਦੇ ਵਿੱਚ ਨਾ, ਅਤੇ ਉਹਨਾਂ ਨੂੰ ਕੈਦ ਕਰ ਲਿੱਤਾ ਗਿਆ ਅਤੇ ਅਗਰ ਉੱਥੇ ਕੋਈ ਪਾਣੀ ਲੈ ਜਾਵੇ ਗੰਗਾ ਜਲ 'ਤੇ। ਅਤੇ ਮੇਰੇ ਦਾਦਾ ਜਿਹੜੇ ਸੀ ਬਹੁਤ ਬੜੇ ਆਲਿਮ ਸੀ ਉਸ ਵੇਲੇ ਪੰਜਾਬ ਦੇ, ਅਤੇ ਸਾਡੇ ਸਕੂਲ ਦੇ ਪ੍ਰੋਗਰਾਮਾਂ 'ਚ ਚੀਫ ਗੈਸਟ ਵੀ ਉਹੀ ਹੁੰਦੇ ਸੀ। ਅਤੇ ਮੈਂ ਇੱਕ ਦਿਨ ਘਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਉਹ ਇੱਦਾਂ ਮੇਰੇ ਕੁਝ ਦੋਸਤ ਕਹਿੰਦੇ ਕਿ ਵੀ ਇਹ ਸੱਚ ਹੈ। ਅਤੇ ਉਹਨਾਂ ਨੇ ਬੜਾ ਲੌਜੀਕਲੀ ਮੈਨੂੰ ਸਮਝਾਇਆ, ਕਹਿੰਦੇ ਬੇਟਾ ਐਂ ਦੱਸੋ ਵੀ ਉਹ ਕੀ ਕਹਿੰਦੇ ਵੀ ਕਿਹਨੂੰ ਕੈਦ ਕੀਤਾ ਗਿਆ। ਮੈਂ ਕਹਿੰਦਾ ਉਹ ਕਹਿੰਦੇ ਸਾਡੇ ਖੁਦਾ ਨੂੰ ਕੈਦ ਕਰ ਲਿਆ। ਕਹਿੰਦੇ ਅਗਰ ਉਹ ਖੁਦਾ ਹੈ ਤਾਂ ਫਿਰ ਕੈਦ ਨਹੀਂ ਹੋ ਸਕਦਾ, ਔਰ ਅਗਰ ਕੈਦ ਹੈ ਤਾਂ ਫਿਰ ਖੁਦਾ ਨਹੀਂ ਹੈ। ਅਤੇ ਇਸ ਲਈ ਇਹ ਮਨ ਘੜਤ ਕਹਾਣੀ